Hello everyone, my name is Ramandeep Kaur. I am SS Mistress from Government Senior Secondary School Butala Boys, ਬਲੋਕ ਰਈਆ 1 ਡਿਸਟ੍ਰਿਕਟ ਅੰਮ੍ਰਿਤਸਰ। ਤੇ ਅੱਜ ਅਸੀਂ ਜਿਹੜਾ ਟੌਪਿਕ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਭਾਰਤ ਜਲ ਪ੍ਰਵਾਹ ਮੀਨਸ ਇੰਡੀਆ ਡਰੇਨੇਜ। ਹੁਣ ਇਸ ਨੂੰ ਸਮਝਣ ਦੇ ਲਈ ਸਾਨੂੰ ਪਹਿਲੇ ਇਹ ਜਾਣਨਾ ਹੋਵੇਗਾ ਕਿ ਜਲ ਪ੍ਰਵਾਹ ਦਾ ਕੀ ਮਤਲਬ ਹੈ, ਕੀ ਮੀਨਿੰਗ ਹੈ। ਕਿਸੇ ਇਲਾਕੇ ਵਿੱਚ ਵਹਿਣ ਵਾਲੇ ਨਦੀਆਂ ਦਰਿਆਵਾਂ ਨਹਿਰਾਂ ਦੇ ਜਾਲ ਨੂੰ ਜਲ ਪ੍ਰਵਾਹ ਕਹਿੰਦੇ ਹਨ। ਇਟ ਮੀਨਸ ਕੋਈ ਵੀ ਏਰੀਆ ਉੱਥੇ ਵਹਿਣ ਵਾਲੇ ਨਦੀਆਂ ਨਹਿਰਾਂ ਔਰ ਦਰਿਆਵਾਂ ਦੇ ਵਿੱਚ ਜੋ ਵਗਦਾ ਪਾਣੀ ਹੈ ਉਸ ਨੂੰ ਜਲ ਪ੍ਰਵਾਹ ਕਹਿੰਦੇ ਹਨ। ਅਤੇ ਭਾਰਤ ਦੇ ਵਿੱਚ ਬਹੁਤ ਸਾਰੀਆਂ ਸੈਂਕੜੇ ਵੱਡੀਆਂ ਛੋਟੀਆਂ ਨਦੀਆਂ ਹੈ ਜਿਹੜੀਆਂ ਉਹ ਵਹਿ ਰਹੀਆਂ ਹਨ। ਅਤੇ ਜਲ ਪ੍ਰਵਾਹ ਨੂੰ ਸਮਝਣ ਦੇ ਲਈ ਸਾਨੂੰ ਕੁਝ ਜ਼ਰੂਰੀ ਟਰਮਸ ਹੈ ਉਹਨਾਂ ਦੇ ਮੀਨਿੰਗ ਵੀ ਦੇਖਣੇ ਪੈਣਗੇ, ਜਿਵੇਂ ਕਿ ਦੁਆਬ, ਜਲ ਵਿਭਾਜਕ ਆਦਿ। ਸੋ ਸਭ ਤੋਂ ਪਹਿਲੇ ਸਾਡੇ ਕੋਲ ਟਰਮ ਆਉਂਦੀ ਹੈ ਦੁਆਬ। ਦੁਆਬ ਮੀਨਸ ਦੋ ਦਰਿਆਵਾਂ ਦਾ ਵਿਚਕਾਰਲਾ ਖੇਤਰ। ਮੀਨਸ ਸਪੋਜ਼ ਇੱਕ ਰਿਵਰ ਇੱਧਰੋਂ ਵਗ ਰਹੀ ਹੈ ਅਤੇ ਇੱਕ ਰਿਵਰ ਇੱਧਰੋਂ ਵਗ ਰਹੀ ਹੈ ਅਤੇ ਇਹਨਾਂ ਦੇ ਵਿਚਕਾਰ ਜੋ ਇਹ ਪੀਸ ਆਫ ਲੈਂਡ ਹੈ ਜਿੱਥੇ ਕਿ ਜਨਸੰਖਿਆ ਹੈ ਜਿਹੜੀ ਉਹ ਵਸੀ ਹੋਈ ਹੈ, ਇਸ ਪੀਸ ਆਫ ਲੈਂਡ ਭੂਮੀ ਦੇ ਟੁਕੜੇ ਨੂੰ ਅਸੀਂ ਦੁਆਬ ਕਹਾਂਗੇ। ਇਹ ਨਾਮ ਤੋਂ ਹੀ ਕਲੀਅਰ ਹੈ, 2+ਆਬ ਮੀਨਸ ਦੋ ਪਾਣੀਆਂ ਦੇ ਵਿਚਕਾਰਲੇ ਇਲਾਕੇ ਨੂੰ ਅਸੀਂ ਦੁਆਬ ਕਹਿੰਦੇ ਹਨ। ਨੈਕਸਟ ਟਰਮ ਇਜ਼ ਜਲ ਵਿਭਾਜਕ ਵਾਟਰ ਡਿਵਾਈਡ। ਕੋਈ ਵੀ ਉੱਚਾ ਖੇਤਰ ਜਿਵੇਂ ਕਿ ਕੋਈ ਪਰਬਤ ਜਾਂ ਉੱਚੀ ਭੂਮੀ ਜੋ ਦੋ ਜਲ ਪ੍ਰਵਾਹਾਂ ਨੂੰ ਵੰਡਦੀ ਹੋਵੇ, ਡਿਵਾਈਡ ਕਰਦੀ ਹੋਵੇ। ਹੁਣ ਤੁਸੀਂ ਇਸ ਪਿਕਚਰ ਦੇ ਵਿੱਚ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਦੋ ਰਿਵਰਸ ਹੈ ਜਿਹੜੀਆਂ ਦੋ ਰਿਵਰਸ ਵਗ ਰਹੀਆਂ ਹਨ। ਸਪੋਜ਼ ਦਿਸ ਇਜ਼ ਮਾਊਂਟੇਨ ਔਰ ਬਾਰਿਸ਼ ਹੋ ਰਹੀ ਹੈ ਜਾਂ ਫਿਰ ਗਲੇਸ਼ੀਅਰ ਬਰਫ਼ ਪਿਘਲ ਕੇ ਜਿਹੜੀ ਹੈ ਪਾਣੀ ਨੀਚੇ ਜਾ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿ ਇਸ ਸਾਈਡ ਤੋਂ ਜਿਹੜਾ ਪਾਣੀ ਹੈ ਉਹ ਇਸ ਰਿਵਰ ਦੇ ਵਿੱਚ ਵਹਿ ਰਿਹਾ ਹੈ ਅਤੇ ਇਸ ਸਾਈਡ ਤੋਂ ਪਾਣੀ ਇਸ ਰਿਵਰ ਦੇ ਵਿੱਚ ਵਹਿ ਰਿਹਾ ਹੈ। ਹੁਣ ਇਹ ਵਾਲਾ ਪੁਆਇੰਟ ਜਿੱਥੋਂ ਪਾਣੀ ਹੈ ਜਿਹੜਾ ਉਹ ਦੋ ਦਰਿਆਵਾਂ ਦੇ ਵਿੱਚ ਦੋ ਪਾਸਿਆਂ ਨੂੰ ਦੋ ਰਸਤੇ ਬਣਾ ਕੇ ਵਗ ਰਿਹਾ ਹੈ, ਉਸ ਨੂੰ ਅਸੀਂ ਜਲ ਵਿਭਾਜਕ ਆਖਦੇ ਹਾਂ, ਦੈਟ ਇਜ਼ ਵਾਟਰ ਡਿਵਾਈਡ। ਨੈਕਸਟ ਟਰਮ ਇਜ਼ ਅਪਰਵਾਹ ਖੇਤਰ, ਦੈਟ ਇਜ਼ ਡਰੇਨੇਜ ਬੇਸਿਨ। ਕਿਸੇ ਦਰਿਆ ਅਤੇ ਉਸ ਦੀਆਂ ਸਹਾਇਕ ਨਦੀਆਂ ਦੇ ਲਾਗਲੇ ਖੇਤਰ ਜਿੱਥੋਂ ਉਹ ਜਲ ਪ੍ਰਾਪਤ ਕਰਦੇ ਹਨ। ਸਪੋਜ਼ ਇੱਕ ਰਿਵਰ ਵਗ ਰਹੀ ਹੈ ਅਤੇ ਇਸ ਦੇ ਆਲੇ ਦੁਆਲੇ ਦੇ ਏਰੀਏ ਜਿੱਥੋਂ ਇਹ ਪਾਣੀ ਪ੍ਰਾਪਤ ਕਰ ਰਹੀ ਹੈ ਨਦੀ, ਉਸ ਸਾਰੇ ਖੇਤਰ ਨੂੰ ਆਪਾਂ ਇਸ ਨਦੀ ਦਾ ਡਰੇਨੇਜ ਬੇਸਿਨ ਕਹਾਂਗੇ। ਸਪੋਜ਼ ਨਾਓ ਇਨ ਦਿਸ ਪਿਕਚਰ ਸੀ ਦਿਸ ਇਜ਼ ਅ ਰਿਵਰ। ਇਹ ਰਿਵਰ ਵਗ ਰਹੀ ਹੈ ਅਤੇ ਇਹ ਵਾਲੀ ਰਿਵਰ ਜਿਹੜੀ ਆ ਉਹ ਇਸ ਸਾਈਡ ਤੋਂ ਵੀ ਪਾਣੀ ਲੈ ਰਹੀ ਹੈ ਅਤੇ ਇਸ ਸਾਈਡ ਤੋਂ ਵੀ ਪਾਣੀ ਲੈ ਰਹੀ ਹੈ। ਇਟ ਮੀਨਸ ਇਹ ਵਾਲਾ ਏਰੀਆ ਜਿਹੜਾ ਹੈ ਇਸ ਰਿਵਰ ਦਾ ਡਰੇਨੇਜ ਬੇਸਿਨ ਆਖਿਆ ਜਾਂਦਾ ਹੈ, ਅਪਰਵਾਹ ਖੇਤਰ। ਨੈਕਸਟ ਇਜ਼ ਜਲ ਨਿਕਾਸ ਸਰੂਪ ਡਰੇਨੇਜ ਪੈਟਰਨ। ਧਰਤੀ ਦੇ ਕਿਸੇ ਵੀ ਹਿੱਸੇ ਉੱਤੇ ਵਹਿੰਦਾ ਪਾਣੀ ਵੱਖੋ ਵੱਖ ਸਰੂਪ ਬਣਾਉਂਦਾ ਹੈ ਜਿਸ ਨੂੰ ਜਲ ਨਿਕਾਸ ਸਰੂਪ ਕਹਿੰਦੇ ਹਨ। ਵੱਖੋ ਵੱਖ ਸਰੂਪ ਮੀਨਸ ਕਈ ਰਿਵਰਸ ਹੈ ਜਿਹੜੀਆਂ ਉਹ ਪੈਰਲਲ ਵਹਿੰਦੀਆਂ ਹਨ ਲਾਈਨ ਦੇ ਵਿੱਚ, ਬਟ ਕਈ ਰਿਵਰਸ ਹੈ ਜਿਹੜੀਆਂ ਉਹ ਜ਼ਿਗਜ਼ੈਗ ਵੇ ਦੇ ਨਾਲ ਉਹਨਾਂ ਦੇ ਵਿੱਚ ਪਾਣੀ ਵਹਿੰਦਾ ਹੈ। ਇਹ ਪੈਰਲਲ ਔਰ ਜੋ ਜ਼ਿਗਜ਼ੈਗ ਵੇ ਦੇ ਵਿੱਚ ਪਾਣੀ ਵਹਿੰਦਾ ਹੈ, ਇਹ ਸਾਰੇ ਨੂੰ ਜਿਸ ਰੂਪ ਦੇ ਵਿੱਚ ਕਿਸੇ ਦਰਿਆ ਦੇ ਵਿੱਚ ਪਾਣੀ ਵਹਿੰਦਾ ਹੈ ਜਾਂ ਕਿਸੇ ਨਦੀ ਦੇ ਵਿੱਚ ਪਾਣੀ ਵਹਿੰਦਾ ਹੈ, ਉਸ ਨੂੰ ਆਪਾਂ ਉਸ ਦਾ ਜਲ ਨਿਕਾਸ ਸਰੂਪ ਆਖਦੇ ਹਨ। ਹੁਣ ਅੱਗੇ ਜਲ ਨਿਕਾਸ ਸਰੂਪ ਦੇ ਕਈ ਜਿਹੜੇ ਹੈ ਨਮੂਨੇ ਸਾਨੂੰ ਦੇਖਣ ਨੂੰ ਮਿਲਦੇ ਹਨ। ਮੇਨ ਜਿਹੜੇ ਹੈ 4 ਅਪਰਵਾਹ ਹੁਣ ਅਸੀਂ ਅੱਗੇ ਪੜ੍ਹਾਂਗੇ। ਸਭ ਤੋਂ ਪਹਿਲੇ ਆ ਡੰਡੀਦਾਰ ਅਪਰਵਾਹ। ਇਹ ਤੁਸੀਂ ਇਸ ਪਿਕਚਰ ਦੀ ਸਹਾਇਤਾ ਨਾਲ ਵੀ ਦੇਖ ਸਕਦੇ ਆ। ਡੰਡੀਦਾਰ ਅਪਰਵਾਹ ਮੀਨਸ ਡੈਂਡਰਿਟਿਕ ਪੈਟਰਨ, ਜਿਹੜਾ ਕਿ ਗੰਗਾ ਬ੍ਰਹਮਪੁੱਤਰ ਨਦੀਆਂ ਦਾ ਸਰੂਪ ਕਿਹਾ ਜਾ ਸਕਦਾ ਹੈ। ਦਿਸ ਇਜ਼ ਅ ਪਿਕਚਰ ਆਫ ਡੈਂਡਰਿਟਿਕ ਡਰੇਨੇਜ ਸਿਸਟਮ। ਇਹਦੇ ਵਿੱਚ ਕੀ ਆ ਕਿ ਸਾਡੇ ਕੋਲ ਇੱਕ ਹੋਰੀਜ਼ੋਨਟਲ ਏਰੀਆ ਹੁੰਦਾ ਹੈ ਅਤੇ ਉੱਥੇ ਜਿਹੜਾ ਨਦੀਆਂ ਦਾ ਪਾਣੀ ਹੈ ਉਹ ਪੈਰਲਲ ਵੇ ਦੇ ਨਾਲ ਸਿੱਧਾ ਨਹੀਂ ਵਹਿੰਦਾ, ਸਗੋਂ ਜ਼ਿਗਜ਼ੈਗ ਵੇ ਦੇ ਨਾਲ ਵਹਿੰਦਾ ਹੈ। ਜਿਵੇਂ ਜਿਵੇਂ ਪਾਣੀ ਹੈ ਉਹ ਆਪਣੇ ਆਪਣੇ ਰਸਤੇ ਹੈ ਅੱਗੇ ਬਣਾਉਂਦਾ ਜਾ ਰਿਹਾ ਹੈ ਅਤੇ ਇੱਕ ਟਰੀ ਦੀ ਸ਼ੇਪ ਵਾਂਗ ਲੈ ਲੈਂਦਾ ਹੈ। ਇਸ ਨੂੰ ਆਪਾਂ ਡੰਡੀਦਾਰ ਅਪਰਵਾਹ ਆਖਦੇ ਹਨ।
ਨੈਕਸਟ ਇਜ਼ ਸਮਾਨਾਂਤਰ ਅਪਰਵਾਹ ਪੈਰਲਲ ਪੈਟਰਨ, ਜਿਸ ਨੂੰ ਕਿ ਪੱਛਮੀ ਘਾਟ ਦੀਆਂ ਨਦੀਆਂ ਦਾ ਸਰੂਪ ਕਿਹਾ ਜਾ ਸਕਦਾ ਹੈ। ਪੈਰਲਲ ਪੈਟਰਨ ਇਟਸ ਕਲੀਅਰ ਬਾਏ ਨੇਮ। ਇਹਦੇ ਵਿੱਚ ਕੀ ਹੁੰਦਾ ਹੈ ਕਿ ਪਾਣੀ ਹੈ ਜਿਹੜਾ ਰਿਵਰ ਦਾ ਪਾਣੀ ਹੈ ਉਹ ਹਮੇਸ਼ਾ ਇੱਕ ਪੈਰਲਲ ਵੇ ਦੇ ਵਿੱਚ ਜਾਂਦਾ ਹੈ, ਨਾ ਕਿ ਜ਼ਿਗਜ਼ੈਗ ਵੇ ਦੇ ਵਿੱਚ। ਜਿਵੇਂ ਵੀ ਰਿਵਰ 'ਚੋਂ ਪਾਣੀ ਨਿਕਲਦਾ ਉਹ ਪੈਰਲਲ ਵੇ 'ਚ ਸਿੱਧਾ ਹੀ ਜਾਏਗਾ, ਉਸਨੂੰ ਆਪਾਂ ਕਹਿੰਦੇ ਆ ਸਮਾਨਾਂਤਰ ਅਪਰਵਾਹ। ਨੈਕਸਟ ਇਜ਼ ਜਾਲੀਨੁਮਾ ਅਪਰਵਾਹ ਟ੍ਰੈਲਿਸ ਪੈਟਰਨ, ਜਿਹੜਾ ਕਿ ਛੋਟਾ ਨਾਗਪੁਰ ਪਠਾਰ ਦੀਆਂ ਨਦੀਆਂ ਦਾ ਸਰੂਪ ਕਿਹਾ ਜਾ ਸਕਦਾ ਹੈ। ਇਸ ਦੇ ਵਿੱਚ ਕੀ ਹੁੰਦਾ ਹੈ, ਫੋਲਡਡ ਏਰੀਆ ਹੁੰਦਾ ਹੈ ਅਤੇ ਜਿਹੜਾ ਨੀਚੇ ਵਾਲਾ ਏਰੀਆ ਹੁੰਦਾ ਹੈ ਉਸ ਦੇ ਵਿੱਚ ਰਿਵਰ ਦਾ ਪਾਣੀ ਵਹਿੰਦਾ ਹੈ। ਇਸ ਨੂੰ ਅਸੀਂ ਆਖਦੇ ਹਾਂ ਜਾਲੀਨੁਮਾ ਅਪਰਵਾਹ। ਨੈਕਸਟ ਇਜ਼ ਚੱਕਰੀ ਅਪਰਵਾਹ ਦੈਟ ਇਜ਼ ਰੇਡੀਅਲ ਪੈਟਰਨ। ਨਰਮਦਾ, ਸੋਨ, ਮਹਾਨਦੀ, ਅਮਰਕੰਟਕ ਤੋਂ ਨਿਕਲਣ ਵਾਲੀਆਂ ਨਦੀਆਂ ਦਾ ਸਰੂਪ ਇਸ ਨੂੰ ਕਿਹਾ ਜਾ ਸਕਦਾ ਹੈ। ਇਟਸ ਆਲਸੋ ਕਲੀਅਰ ਬਾਏ ਨੇਮ। ਚੱਕਰੀ ਅਪਰਵਾਹ ਮੀਨਸ ਸਰਕੂਲਰ ਸ਼ੇਪ ਦੇ ਵਿੱਚ ਜਿਹੜਾ ਨਦੀਆਂ ਦਾ ਪਾਣੀ ਹੈ ਉਹ ਵਹਿੰਦਾ ਹੈ, ਨਦੀਆਂ ਵਹਿੰਦੀਆਂ ਹਨ। ਸੋ ਇਹ ਸੀਗੇ ਸਾਡੇ 4 ਨਦੀਆਂ ਦੇ ਨਿਕਾਸ ਸਰੂਪ, ਵੱਖੋ ਵੱਖਰੇ ਅਪਰਵਾਹ। ਫਸਟ ਇਜ਼ ਡੰਡੀਦਾਰ ਅਪਰਵਾਹ, ਜਿਸ ਦੇ ਵਿੱਚ ਟਰੀ ਦੀ ਸ਼ੇਪ ਦੀ ਤਰ੍ਹਾਂ ਰਿਵਰ ਵਗਦੀ ਹੈ, ਰਿਵਰ ਦੇ ਵਿੱਚ ਪਾਣੀ ਵਹਿੰਦਾ ਹੈ। ਨੈਕਸਟ ਇਜ਼ ਸਮਾਨਾਂਤਰ ਅਪਰਵਾਹ ਪੈਰਲਲ ਪੈਟਰਨ, ਜਿਸ ਦੇ ਵਿੱਚ ਸਿੱਧੀ ਲਾਈਨ ਦੇ ਤਰ੍ਹਾਂ ਨਦੀਆਂ ਦੇ ਵਿੱਚ ਪਾਣੀ ਵਹਿੰਦਾ ਹੈ। ਨੈਕਸਟ ਇਜ਼ ਜਾਲੀਨੁਮਾ ਅਪਰਵਾਹ ਟ੍ਰੈਲਿਸ ਪੈਟਰਨ, ਜਿਸ ਦੇ ਵਿੱਚ ਕਿ ਨੀਵੇਂ ਏਰੀਏ ਦੇ ਵਿੱਚ ਦਰਿਆ ਦਾ ਪਾਣੀ ਵਹਿੰਦਾ ਹੈ। ਐਂਡ ਲਾਸਟ ਇਜ਼ ਚੱਕਰੀ ਅਪਰਵਾਹ ਰੇਡੀਅਲ ਪੈਟਰਨ, ਜਿਸ ਦੇ ਵਿੱਚ ਕਿ ਸਰਕੂਲਰ ਵੇ ਦੇ ਵਿੱਚ ਪਾਣੀ ਰਿਵਰ ਦਾ ਵਹਿੰਦਾ ਹੈ। ਹੁਣ ਅਸੀਂ ਅੱਗੇ ਪੜ੍ਹਾਂਗੇ ਭਾਰਤ ਦੇ ਨਦੀ ਤੰਤਰ। ਭਾਰਤ ਦੇ ਨਦੀ ਤੰਤਰ ਨੂੰ ਅਸੀਂ 4 ਭਾਗਾਂ ਦੇ ਵਿੱਚ ਵੰਡਦੇ ਹਾਂ। ਫਸਟ ਇਜ਼ ਹਿਮਾਲਿਆ ਦੀਆਂ ਨਦੀਆਂ, ਸੈਕਿੰਡ ਇਜ਼ ਪ੍ਰਾਇਦੀਪੀ ਨਦੀ ਤੰਤਰ, ਦੈਨ ਤੱਟ ਦੀਆਂ ਨਦੀਆਂ, ਦੈਨ ਅੰਦਰੂਨੀ ਨਦੀ ਤੰਤਰ ਅਤੇ ਝੀਲਾਂ। ਹਿਮਾਲਿਅਨ ਰਿਵਰ ਸਿਸਟਮ, ਪੈਨਿਨਸੂਲਰ ਰਿਵਰ ਸਿਸਟਮ, ਕੋਸਟਲ ਰਿਵਰਸ ਐਂਡ ਇਨਲੈਂਡ ਡਰੇਨੇਜ ਐਂਡ ਲੇਕਸ। ਹੁਣ ਅੱਗੇ ਅਸੀਂ ਇਹਨਾਂ ਸਾਰੇ ਰਿਵਰ ਸਿਸਟਮ ਨੂੰ 1 ਬਾਏ 1 ਵਿਸਥਾਰਪੂਰਵਕ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲੇ ਸਾਡੇ ਕੋਲ ਆ ਰਿਹਾ ਹੈ ਹਿਮਾਲਿਆਈ ਨਦੀ ਤੰਤਰ। ਹਿਮਾਲਿਆਈ ਨਦੀ ਤੰਤਰ ਦੇ ਵਿੱਚ ਮੇਨ 3 ਨਦੀਆਂ ਵਗਦੀਆਂ ਹਨ, ਉਹ ਹਨ ਸਿੰਧ, ਗੰਗਾ ਅਤੇ ਬ੍ਰਹਮਪੁੱਤਰ। ਹਿਮਾਲਿਆਈ ਨਦੀ ਤੰਤਰ ਦੇ ਵਿੱਚ 3 ਨਦੀਆਂ ਵਗਦੀਆਂ ਹਨ, ਸਿੰਧ, ਗੰਗਾ ਅਤੇ ਬ੍ਰਹਮਪੁੱਤਰ। ਅਤੇ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਛੋਟੀਆਂ-ਛੋਟੀਆਂ ਸਹਾਇਕ ਨਦੀਆਂ ਹਿਮਾਲਿਆਈ ਨਦੀ ਤੰਤਰ ਦੇ ਵਿੱਚ ਸ਼ਾਮਿਲ ਹਨ। ਕੁਝ ਨਦੀਆਂ ਹਿਮਾਲਿਆ ਦੇ ਵਿੱਚ ਪਰਬਤਾਂ ਦੇ ਬਣਨ ਤੋਂ ਪਹਿਲਾਂ ਵੀ ਵਹਿੰਦੀਆਂ ਰਹੀਆਂ ਸਨ ਅਤੇ ਹਿਮਾਲਿਆ ਦੀਆਂ ਨਦੀਆਂ ਜਿਹੜੀਆਂ ਉਹ 12ਮਾਸੀ ਹੁੰਦੀਆਂ ਹਨ, ਕਿਉਂਕਿ ਬਰਫ਼ ਪਹਾੜਾਂ 'ਤੇ ਬਰਫ਼ ਪਿਘਲਣ ਦੇ ਨਾਲ ਇਹਨਾਂ ਨਦੀਆਂ ਦੇ ਵਿੱਚ ਸਾਰਾ ਸਾਲ ਪਾਣੀ ਭਰਿਆ ਰਹਿੰਦਾ ਹੈ। ਇਸ ਨੂੰ ਆਪਾਂ ਆਖਦੇ ਹਾਂ ਹਿਮਾਲਿਆਈ ਨਦੀ ਤੰਤਰ। ਹੁਣ ਹਿਮਾਲਿਆਈ ਨਦੀ ਤੰਤਰ ਦੇ ਵਿੱਚ ਜਿਹੜੀਆਂ 3 ਨਦੀਆਂ ਆ ਰਹੀਆਂ ਨੇ ਸਾਡੇ ਕੋਲ, ਸਿੰਧ, ਗੰਗਾ ਐਂਡ ਬ੍ਰਹਮਪੁੱਤਰ, ਉਹਨੂੰ ਅਸੀਂ ਵਿਸਥਾਰਪੂਰਵਕ 1 ਬਾਏ 1 ਦੇਖਾਂਗੇ। ਸਭ ਤੋਂ ਪਹਿਲੇ ਹੈ ਸਾਡੇ ਕੋਲ ਸਿੰਧ ਐਂਡ ਉਸ ਦੀਆਂ ਸਹਾਇਕ ਨਦੀਆਂ। ਸਿੰਧ ਨਦੀ ਹੈ ਜਿਹੜੀ ਉਹ 5182 ਮੀਟਰ ਦੀ ਉਚਾਈ ਹੈ ਉਸਦੀ, ਅਤੇ ਵੋਖਰਸ਼ੂ ਹਿਮ ਨਦੀ ਤਿੱਬਤ ਤੋਂ ਨਿਕਲਦੀ ਹੈ। ਸਿੰਧ ਨਦੀ ਤਿੱਬਤ ਦੇ ਵਿੱਚੋਂ ਵੋਖਰਸ਼ੂ ਹਿਮ ਨਦੀ ਤੋਂ ਨਿਕਲਦੀ ਹੈ ਅਤੇ ਤਿੱਬਤ ਦੇ ਵਿੱਚ ਇਸ ਨਦੀ ਨੂੰ ਸਿੰਗੀ ਖੰਬਨ ਜਾਂ ਸ਼ੇਰ ਦਾ ਮੁੱਖ ਕਿਹਾ ਜਾਂਦਾ ਹੈ। ਤਿੱਬਤ ਦੇ ਵਿੱਚ ਇਸ ਨਦੀ ਦਾ ਕੀ ਨਾਮ ਹੈ? ਸਿੰਗੀ ਖੰਬਨ ਜਾਂ ਸ਼ੇਰ ਦਾ ਮੁੱਖ। ਅਤੇ ਤਿੱਬਤ ਤੋਂ ਬਾਅਦ ਭਾਰਤ ਵਿੱਚ ਪ੍ਰਵੇਸ਼ ਹੋ ਕੇ ਇਹ ਨਦੀ ਲੱਦਾਖ, ਜਾਸਕਰ, ਗਿਲਗਿਤ ਬਾਲਟਿਸਤਾਨ ਅਲੱਗ-ਅਲੱਗ ਥਾਵਾਂ ਨੂੰ ਪਾਰ ਕਰਦੀ ਹੋਈ ਅਟਕ ਦੇ ਨੇੜੇ ਪਾਕਿਸਤਾਨ ਦੇ ਵਿੱਚ ਪ੍ਰਵੇਸ਼ ਕਰਦੀ ਹੈ। ਇਹ ਸਭ ਕੁਝ ਹੁਣ ਅਸੀਂ ਇਸ ਮੈਪ ਦੀ ਸਹਾਇਤਾ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇੰਡਸ ਰਿਵਰ, ਸਿੰਧ ਨਦੀ ਮੀਨਸ ਇੰਡਸ ਰਿਵਰ। ਇਹ ਰਿਵਰ ਜਿਹੜੀ ਹੈ ਸਾਡੇ ਕੋਲ ਇੱਥੋਂ ਤਿੱਬਤ ਦੇ ਵਿੱਚੋਂ ਬੋਖਰਸ਼ੂ ਹਿਮ ਨਦੀ ਤੋਂ ਲੰਘਦੀ ਹੋਈ ਭਾਰਤ ਦੇ ਵਿੱਚ ਲੱਦਾਖ ਵਿੱਚੋਂ ਪ੍ਰਵੇਸ਼ ਕਰਕੇ ਵੱਖ-ਵੱਖ ਸਥਾਨਾਂ ਤੋਂ ਲੰਘਦੀ ਹੋਈ ਅਟਕ ਦੇ ਨੇੜੇ ਪਾਕਿਸਤਾਨ ਦੇ ਵਿੱਚ ਪ੍ਰਵੇਸ਼ ਕਰਦੀ ਹੈ। ਇਹ ਹੈ ਸਾਡੀ ਸਿੰਧ ਨਦੀ। ਨੈਕਸਟ ਇਜ਼ ਸਿੰਧ ਨਦੀ ਦੀ ਕੁੱਲ ਲੰਬਾਈ 2880 ਕਿਲੋਮੀਟਰ ਹੈ
ਤੇ ਭਾਰਤ ਦੇ ਵਿੱਚ ਟੋਟਲ ਸਿੰਧ ਨਦੀ ਦੀ ਲੰਬਾਈ ਹੈ ਜਿਹੜੀ ਉਹ 2880 ਕਿਲੋਮੀਟਰ ਤੇ ਭਾਰਤ ਦੇ ਵਿੱਚ ਇਸ ਦੀ ਲੰਬਾਈ 709 ਕਿਲੋਮੀਟਰ ਹੈ, ਕਿਉਂਕਿ ਸਿੰਧ ਨਦੀ ਸ਼ੁਰੂਆਤੀ ਦੌਰ ਦੇ ਵਿੱਚ ਤਿੱਬਤ ਤੋਂ ਨਿਕਲ ਕੇ ਭਾਰਤ ਵਿੱਚ ਪ੍ਰਵੇਸ਼ ਕਰਦੀ ਹੋਈ ਫਿਰ ਪਾਕਿਸਤਾਨ ਦੇ ਵਿੱਚ ਸ਼ਾਮਿਲ ਹੁੰਦੀ ਹੈ। ਇਸ ਦੀਆਂ ਬਹੁਤ ਸਾਰੀਆਂ ਸਹਾਇਕ ਨਦੀਆਂ ਹਨ। ਖੱਬੇ ਪਾਸੇ ਦੀਆਂ ਸਹਾਇਕ ਨਦੀਆਂ ਜਾਸਕਰ, ਚਨਾਬ, ਸਤਲੁਜ, ਵਿਆਸ, ਰਾਵੀ ਹਨ ਤੇ ਸੱਜੇ ਪਾਸਿਓਂ ਸ਼ਿਓਕ, ਗਿਲਗੁਤ, ਕਾਬੁਲ, ਸਕਾਰਦੂ ਅਤੇ ਸ਼ਿਗੋ ਆਦਿ ਵਹਿੰਦੀਆਂ ਹਨ। ਸਿੰਧ ਨਦੀ ਦੇ ਸ਼ੁਰੂਆਤੀ ਜਨਮ ਸਥਾਨ ਬਾਰੇ, ਲੰਬਾਈ ਔਰ ਇਸ ਦੀਆਂ ਸਹਾਇਕ ਨਦੀਆਂ ਤੁਸੀਂ ਇਸ ਟੇਬਲ ਤੋਂ ਬਿਲਕੁਲ ਦੇਖ ਸਕਦੇ ਹੋ ਕਿ ਸਿੰਧ ਨਦੀ ਹੈ ਉਹ ਬੋਖਰਸ਼ੂ ਹਿਮ ਨਦੀ ਤਿੱਬਤ ਤੋਂ ਨਿਕਲਦੀ ਹੈ। ਤਿੱਬਤ ਤੋਂ ਬਾਅਦ ਭਾਰਤ ਦੇ ਵਿੱਚ ਪ੍ਰਵੇਸ਼ ਕਰਕੇ ਪਾਕਿਸਤਾਨ ਵਿੱਚ ਜਾਂਦੀ ਹੈ ਤੇ ਇਸ ਦੀ ਲੰਬਾਈ 2880 ਕਿਲੋਮੀਟਰ ਹੈ, ਪਰ ਭਾਰਤ ਦੇ ਵਿੱਚ ਇਸ ਦੀ ਲੰਬਾਈ 709 ਕਿਲੋਮੀਟਰ ਹੈ। ਨੈਕਸਟ ਸਾਡੇ ਕੋਲ ਹਿਮਾਲਿਆ ਦੇ ਵਿੱਚ ਹੀ ਨਦੀ ਆ ਜਾਂਦੀ ਹੈ ਗੰਗਾ ਰਿਵਰ, ਗੰਗਾ ਜਲ ਤੰਤਰ। ਹੁਣ ਅਸੀਂ ਗੰਗਾ ਦੇ ਬਾਰੇ ਪੜ੍ਹਾਂਗੇ। ਗੰਗਾ ਨਦੀ ਭਾਰਤ ਦੀ ਪਵਿੱਤਰ ਨਦੀ ਮੰਨੀ ਜਾਂਦੀ ਹੈ ਤੇ ਇਹ ਨਦੀ ਉੱਤਰਾਖੰਡ ਦੇ ਵਿੱਚ ਗੰਗੋਤਰੀ ਗੋਮੁਖ ਹਿਮ ਨਦੀ ਤੋਂ ਜਨਮ ਲੈਂਦੀ ਹੈ। ਗੰਗਾ ਨਦੀ ਕਲੀਅਰ ਬਾਈ ਨੇਮ, ਗੰਗਾ ਨਦੀ ਜਨਮ ਕਿੱਥੋਂ ਲੈਂਦੀ ਹੈ? ਗੰਗੋਤਰੀ ਗੋਮੁਖ ਹਿਮ ਨਦੀ ਤੋਂ, ਜੋ ਕਿ ਉੱਤਰਾਖੰਡ ਦੇ ਵਿੱਚ ਹੈ ਤੇ ਇਸ ਦੀ ਮੁੱਖ ਧਾਰਾ ਨੂੰ ਭਾਗੀਰਥੀ ਕਿਹਾ ਜਾਂਦਾ ਹੈ। ਇਸ ਦੀ ਮੁੱਖ ਧਾਰਾ ਨੂੰ ਭਾਗੀਰਥੀ ਕਿਹਾ ਜਾਂਦਾ ਹੈ। ਦੇਵ ਪ੍ਰਯਾਗ ਜੋ ਕਿ ਉੱਤਰਾਖੰਡ ਦੇ ਵਿੱਚ ਹੀ ਹੈ, ਇੱਥੇ ਇੱਕ ਉੱਤਰਾਖੰਡ ਦੇ ਵਿੱਚ ਦੇਵ ਪ੍ਰਯਾਗ ਦੇ ਵਿੱਚ ਅਲਕਨੰਦਾ ਨਾਮ ਦੀ ਰਿਵਰ ਹੈ। ਗੰਗਾ ਨਦੀ ਜਦੋਂ ਅਲਕਨੰਦਾ ਦੇ ਨਾਲ ਮਿਲਦੀ ਹੈ ਉਸ ਦੇ ਨਾਲ ਸੰਗਮ ਤੋਂ ਬਾਅਦ ਹੀ ਇਸ ਨੂੰ ਗੰਗਾ ਦਾ ਨਾਮ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਹਰਿਦੁਆਰ ਦੇ ਵਿੱਚ ਵੱਖ-ਵੱਖ ਮੈਦਾਨਾਂ ਦੇ ਵਿੱਚ ਸ਼ਾਮਿਲ ਹੁੰਦੀ ਹੈ ਤੇ ਅੰਤ ਦੇ ਵਿੱਚ ਬੰਗਾਲ ਦੀ ਖਾੜੀ ਦੇ ਵਿੱਚ ਜਾ ਕੇ ਮਿਲ ਜਾਂਦੀ ਹੈ। ਪਰ ਬੰਗਾਲ ਦੀ ਖਾੜੀ ਦੇ ਵਿੱਚ ਮਿਲਣ ਤੋਂ ਪਹਿਲਾਂ ਗੰਗਾ ਅਤੇ ਬ੍ਰਹਮਪੁੱਤਰ ਦੋਨਾਂ ਨਦੀਆਂ ਦਾ ਸੁਮੇਲ ਹੁੰਦਾ ਹੈ ਤੇ ਉਸ ਦੇ ਸੁਮੇਲ ਤੋਂ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਸੁੰਦਰਬਨ ਡੈਲਟਾ ਬਣਦਾ ਹੈ। ਤੇ ਹੁਣ ਤੁਸੀਂ ਇਸ ਬਾਰੇ ਵੀ ਗੰਗਾ ਬਾਰੇ ਤੇ ਉਸ ਦਾ ਸ਼ੁਰੂਆਤੀ ਜਨਮ ਸਥਾਨ ਗੰਗੋਤਰੀ ਹਿਮ ਨਦੀ ਉੱਤਰਾਖੰਡ, ਲੰਬਾਈ ਔਰ ਸਹਾਇਕ ਨਦੀਆਂ ਇਸ ਟੇਬਲ ਦੇ ਵਿੱਚ ਦੇਖ ਸਕਦੇ ਹੋ। ਤੇ ਇਸ ਮੈਪ ਦੇ ਥਰੂ ਵੀ ਅਸੀਂ ਦੇਖ ਸਕਦੇ ਹਾਂ ਕਿ ਗੰਗਾ ਨਦੀ ਹੈ ਜਿਹੜੀ ਉਹ ਕਿਵੇਂ ਉੱਤਰਾਖੰਡ ਦੇ ਵਿੱਚੋਂ ਨਿਕਲਦੀ ਹੋਈ ਉਸ ਤੋਂ ਬਾਅਦ ਹਰਿਦੁਆਰ ਦੇ ਵਿੱਚ ਮੈਦਾਨਾਂ ਦੇ ਵਿੱਚ ਜਾ ਕੇ ਮਿਲਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈ ਇਹ ਗੰਗਾ ਦੇ ਨਾਲ ਸੁਮੇਲ ਤੋਂ ਬਾਅਦ ਐਂਡ ਦੇ ਵਿੱਚ ਬੰਗਾਲ ਦੀ ਖਾੜੀ ਦੇ ਵਿੱਚ ਜਾ ਕੇ ਮਿਲ ਜਾਂਦੀ ਹੈ। ਨੈਕਸਟ ਇਜ਼ ਹਿਮਾਲਿਆ ਪਰਬਤ ਦੇ ਵਿੱਚ ਹੀ ਤੀਜੀ ਸਾਡੀ ਰਿਵਰ ਆ ਜਾਂਦੀ ਹੈ ਬ੍ਰਹਮਪੁੱਤਰ ਜਲ ਤੰਤਰ, ਦੈਟ ਇਜ਼ ਬ੍ਰਹਮਾਪੁੱਤਰ ਡਰੇਨੇਜ। ਬ੍ਰਹਮਪੁੱਤਰ ਨਦੀ ਸਿੰਧ ਦੀ ਤਰ੍ਹਾਂ ਹੀ ਤਿੱਬਤ ਦੇ ਵਿੱਚੋਂ ਨਿਕਲਦੀ ਹੈ ਤੇ ਆਂਗਸੀ ਹਿਮ ਨਦੀ ਤੋਂ ਜਨਮ ਲੈਂਦੀ ਹੈ। ਤਿੱਬਤ ਦੇ ਵਿੱਚ ਹੀ ਬ੍ਰਹਮਪੁੱਤਰ ਨਦੀ ਨਿਕਲਦੀ ਹੈ ਤੇ ਆਂਗਸੀ ਹਿਮ ਨਦੀ ਤੋਂ ਜਨਮ ਲੈਂਦੀ ਹੈ ਤੇ ਤਿੱਬਤ ਦੇ ਵਿੱਚ ਇਸ ਨੂੰ ਸਾਂਗਪੋ ਕਿਹਾ ਜਾਂਦਾ ਹੈ ਤੇ ਚੀਨੀ ਭਾਸ਼ਾ ਦੇ ਵਿੱਚ ਬ੍ਰਹਮਪੁੱਤਰ ਨਦੀ ਨੂੰ ਯਾਰਲੁੰਗ ਸਾਂਗਪੋ ਕਿਹਾ ਜਾਂਦਾ ਹੈ। ਬ੍ਰਹਮਪੁੱਤਰ ਦੀ ਲੰਬਾਈ 2900 ਕਿਲੋਮੀਟਰ ਹੈ ਤੇ ਆਰੰਭ ਦੇ ਵਿੱਚ ਇਹ ਪੂਰਬ ਦੇ ਵੱਲ ਯਾਤਰਾ ਕਰਨ ਉਪਰੰਤ ਨਾਮਚਾ ਵਰਵਾ ਇੱਕ ਪਹਾੜੀ ਦਾ ਨਾਮ ਹੈ, ਮਾਊਂਟੇਨ ਪੀਕ, ਜਿਹੜੀ ਕਿ ਤਿੱਬਤ ਹਿਮਾਲਿਆ ਦੇ ਵਿੱਚ ਹੀ ਹੈ। ਨਾਮਚਾ ਵਰਵਾ ਨੂੰ ਪਾਰ ਕਰਕੇ ਫਿਰ ਦੱਖਣ ਦੇ ਵੱਲ ਮੁੜ ਜਾਂਦੀ ਹੈ। ਪਹਿਲੇ ਪੂਰਬ ਫਿਰ ਨਾਮਚਾ ਵਰਵਾ ਨੂੰ ਪਾਰ ਕਰਕੇ ਦੱਖਣ ਦੇ ਵੱਲ ਮੁੜ ਜਾਂਦੀ ਹੈ ਤੇ ਅਰੁਣਾਚਲ ਪ੍ਰਦੇਸ਼ ਤੇ ਅਸਾਮ ਤੋਂ ਹੁੰਦਿਆਂ ਹੋਇਆਂ ਇਹ ਨਦੀ ਗੰਗਾ ਦੇ ਵਿੱਚ ਮਿਲ ਜਾਂਦੀ ਹੈ ਤੇ ਜਿੱਥੇ ਕਿ ਦੋਨੋਂ ਨਦੀਆਂ ਸੁੰਦਰਬਨ ਡੈਲਟਾ ਬਣਾਉਂਦੀਆਂ ਹਨ, ਗੰਗਾ ਅਤੇ ਬ੍ਰਹਮਪੁੱਤਰ ਨਦੀ। ਹੁਣ ਇਹ ਸਭ ਵੀ ਅਸੀਂ ਇਸ ਟੇਬਲ ਦੇ ਵਿੱਚ ਦੇਖ ਸਕਦੇ ਹਾਂ। ਬ੍ਰਹਮਪੁੱਤਰ ਨਦੀ ਦਾ ਸ਼ੁਰੂਆਤੀ ਜਨਮ ਸਥਾਨ ਦੈਟ ਇਜ਼ ਤਿੱਬਤ ਦੇ ਵਿੱਚੋਂ ਨਿਕਲਦੀ ਆ ਤੇ ਇਸ ਦੀ ਲੰਬਾਈ 2900 ਕਿਲੋਮੀਟਰ ਹੈ। ਆਈ ਹੋਪ ਤੁਹਾਨੂੰ ਇੱਥੋਂ ਤੱਕ ਸਭ ਕੁਝ ਸਮਝ ਆ ਗਿਆ ਹੋਵੇਗਾ। ਧੰਨਵਾਦ।